संदीप अंबिया कतलकांड का मुख मुलजम गिरफ्तार। 14 मार्च ਨੂੰ ਜਲੰਧਰ ਦੇ ਵਿੱਚ ਹੋਇਆ ਸੀ ਕਤਲ। कबड्डी टूर्नामेंट दौरान शरेआम मारिया गई सन गोलियां। जलंधर ਦੇ ਵਿੱਚ ਆਟੋ ਚਾਲਕ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ। ਸਵਾਰੀ ਨੂੰ ਛੱਡਣ ਤੋਂ ਕੀਤਾ ਇਨਕਾਰ ਤਾਂ ਕੁਝ ਲੋਕਾਂ ਨੇ ਡੰਡਿਆਂ ਦੇ ਨਾਲ ਕੀਤੀ ਕੁੱਟਮਾਰ। ਡਰਾਈਵਰ ਗੰਭੀਰ ਜ਼ਖਮੀ। ਮੋਗਾ ਵਿੱਚ ਰਿਸ਼ਵਤ ਲੈਣ ਵਾਲਾ ਮੀਟਰ ਰੀਡਰ ਬਰਖਾਸਤ। FIR ਵੀ ਕੀਤੀ ਗਈ ਦਰਜ। ਰਿਸ਼ਵਤ ਲੈਂਦਿਆਂ ਲੋਕਾਂ ਨੇ ਰੰਗੇ ਹੱਥੀਂ ਕੀਤਾ ਸੀ ਕਾਬੂ। ਨਜਾਇਜ਼ ਮਾਈਨਿੰਗ ਤੇ ਮਾਨ ਸਰਕਾਰ ਨੇ ਕਸੀ ਨਕੇਲ। ਲੀਗਲ ਮਾਈਨਿੰਗ 1 ਲੱਖ ਮੀਟ੍ਰਿਕ ਟਨ ਤੋਂ ਪਾਰ। ਮੰਤਰੀ ਹਰਜੋਤ ਬੈਂਸ ਬੋਲੇ ਪਿਛਲੀ ਵਾਰ ਨਾਲੋਂ ਕਈ ਗੁਣਾ ਵੱਧ ਕਾਨੂੰਨੀ ਖੁਦਾਈ ਦੇ ਨਾਲ ਭਰਿਆ ਸਰਕਾਰੀ ਖਜ਼ਾਨਾ। ਤਿੰਨ ਦਿਨਾਂ ਦੇ ਰਿਮਾਂਡ ਤੋਂ ਬਾਅਦ ਅੱਜ ਵਿਜੇ ਸਿੰਗਲਾ ਦੀ ਮੋਹਾਲੀ ਕੋਰਟ ਵਿੱਚ ਪੇਸ਼ੀ। ਈਡੀ ਵੀ ਵਧਾ ਸਕਦੀ ਹੈ ਸਾਬਕਾ ਮੰਤਰੀ ਦੀ ਮੁਸ਼ਕਿਲ। ਸੂਤਰਾਂ ਦੇ ਮੁਤਾਬਿਕ ਈਡੀ ਨੇ ਲਈ ਸਿੰਗਲਾ ਤੇ ਦਰਜ FIR ਦੀ ਕਾਪੀ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਮੋਹਾਲੀ ਦੇ ਪਿੰਡ ਕਰੇਰਾ ਦੇ ਵਿੱਚ ਅਤੇ ਮਸੂਲ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਗਈ ਹੈ। ਜੰਗਲਾਤ ਮਹਿਕਮੇ ਨੇ ਨਾਜਾਇਜ਼ ਕਬਜ਼ੇ ਹਟਾਏ ਨੇ। ਕਰਨਲ ਬਲਜੀਤ ਸੰਧੂ ਦੇ 30 ਏਕੜ ਦੇ ਵਿੱਚ ਫੈਲੇ ਹੋਏ ਫਾਰਮ ਹਾਊਸ ਤੇ ਜਿਹੜਾ ਹੈਗਾ ਕਬਜ਼ੇ ਸੀਗੇ। ਖਬਰ ਅਸੀਂ ਵਿਖਾਈ ਸੀਗੀ ਔਰ ਖਬਰ ਦਾ ਅਸਰ ਇਹ ਹੋਇਆ ਕਿ ਜੰਗਲਾਤ ਮਹਿਕਮੇ ਨੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਨੇ। ਕਰਨਲ ਬਲਜੀਤ ਸੰਧੂ ਦੇ ਫਾਰਮ ਹਾਊਸ ਤੇ ਕਾਰਵਾਈ ਕੀਤੀ ਗਈ ਹੈ ਜੰਗਲਾਤ ਮਹਿਕਮੇ ਦੇ ਵੱਲੋਂ। ਫਾਰਮ ਹਾਊਸ ਦੇ ਗੇਟ ਨੂੰ ਤੋੜਿਆ ਗਿਆ ਤੇ ਨਿਊਜ਼ 18 ਤੇ ਖਬਰ ਅਸੀਂ ਪ੍ਰਮੁਖਤਾ ਦੇ ਨਾਲ ਵਿਖਾਈ ਸੀਗੀ। ਤਸਵੀਰਾਂ ਤੁਹਾਨੂੰ ਦਿਖਾਈਆਂ ਸਨ ਕਿਸ ਤਰੀਕੇ ਕਬਜ਼ਾ ਕੀਤਾ ਗਿਆ ਤੇ ਹੁਣ ਕਾਰਵਾਈ ਦੀ ਤਸਵੀਰ ਵੀ ਵੇਖ ਲਓ। ਕਾਰਵਾਈ ਹੋਈ ਹੈ ਔਰ ਕਾਰਵਾਈ ਕਿਸ ਤਰੀਕੇ ਹੋਈ ਹੈ। ਪੀਲਾ ਪੰਜਾ ਜਿਹੜਾ ਹੈਗਾ JCB ਮਸ਼ੀਨ ਜਿਹੜੀ ਹੈਗੀ ਪਹੁੰਚ ਚੁੱਕੀ ਹੈ। ਕਰਨਲ ਸੰਧੂ ਦੇ ਫਾਰਮ ਹਾਊਸ ਦਾ ਗੇਟ ਤੋੜਿਆ ਗਿਆ ਤੇ ਨਾਜਾਇਜ਼ ਕਬਜ਼ਾ ਜਿਹੜਾ ਸੀਗਾ ਉਹ ਹਟਾਇਆ ਗਿਆ। ਤੁਹਾਨੂੰ ਦੱਸਦੀਏ ਕਿ ਇਹ ਕਬਜ਼ਾ ਜਿਸ ਤਰੀਕੇ ਕੀਤਾ ਗਿਆ ਸੀ ਔਰ ਜਿਸ ਤਰੀਕੇ ਮੁੱਖ ਸਵਾਲ ਇਸ ਦੇ ਵਿੱਚ ਇਹ ਸੀਗਾ, ਅਹਿਮ ਸਵਾਲ ਇਹ ਸੀਗਾ ਕਿ ਗ੍ਰੀਨਰੀ ਜਿਹੜੀ ਸੀਗੀ, ਹਰਿਆਲੀ ਜਿਹੜੀ ਹੈਗੀ ਹੈ ਉਸ ਨੂੰ ਖਤਮ ਕੀਤਾ ਗਿਆ ਸੀਗਾ। ਦਰਖਤ ਜਿਹੜੇ ਹੈਗੇ ਆ ਔਰ ਇਹ ਤਕਰੀਬਨ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੈਂਕੜੇ ਦਰਖਤ ਜਿਹੜੇ ਹੈਗੇ ਉਹ ਪੁੱਟ ਦਿੱਤੇ ਗਏ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਰੋਡ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। दिस इज व्हाट फॉरेस्ट डिपार्टमेंट मिसगाइड कर रहा है सबको। अच्छा जी। हाईकोर्ट का ऑलरेडी ऑर्डर आ चुका हुआ है जी। बहुत पुराना है कि ये डीलिस्टेड लैंड्स जो हैं दे कैन बी यूज्ड फॉर एनी पर्पस। ਅਮਨ ਭਾਰਦਵਾਜ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਅਮਨ, ਅਸੀਂ ਉਹ ਰਿਐਕਸ਼ਨ ਵੀ ਸੁਣਿਆ ਹੈ ਜਿਹੜਾ ਤੁਸੀਂ ਬਾਈਟ ਜਿਹੜੀ ਲੈ ਰਹੇ ਸੀਗੇ, ਤੁਸੀਂ ਗੱਲਬਾਤ ਕਰ ਰਹੇ ਸੀਗੇ, ਉਹ ਕਹਿ ਰਹੇ ਨੇ ਕਿ ਫੋਰੈਸਟ ਡਿਪਾਰਟਮੈਂਟ ਮਿਸਗਾਈਡ ਕਰ ਰਿਹਾ ਹੈ। ਹਾਈ ਕੋਰਟ ਦੇ ਪਹਿਲਾਂ ਦੇ ਆਰਡਰ ਨੇ ਤੇ ਅੱਜ ਦੀ ਇਹ ਕਾਰਵਾਈ ਜਿਹੜੀ ਹੈਗੀ ਇਹ ਕੀ ਸੁਨੇਹਾ ਦੇ ਰਹੀ ਹੈ ਫਿਰ? गगन देखो 9 तारीख दी 9 मई दी FIR है जो कर्नल संधू ते दर्ज है और इससे अहम गल है कि FIR जी दर्ज करवाई गई है जो शिकायत करता है वो भी वन विभाग सरकार दा है और 500 बूटे ऑन रिकॉर्ड FIR दे अंदर दर्ज है कि 500 बूटे उखाड़ दिते गए। उस तो बाद ट्रैक्टर ट्रालियां लगा के माइनिंग सॉर्ट ऑफ कार्रवाई जी है गतिविधियां अंदर चल रही सी। 500 बूटे अलग तो उखाड़े गए और जो एक स्वरूप हुंदा है प्रकृति का उसनू भी तहस नहस किया गया। खुद असी न्यूज़ 18 ਦੀ ਟੀਮ ਉੱਥੇ ਜਾ ਕੇ ਆਈ ਹੈ ਗਗਨ ਔਰ ਉੱਥੇ 3 ਕਿਲੋਮੀਟਰ ਜਿਹੜਾ ਗੇਟ ਤੋੜਿਆ ਗਿਆ ਜਿੱਥੇ ਤਾਲਾ ਤੋੜਨੇ ਦੀ ਵਿਜ਼ੂਅਲਸ ਨੇ ਇੱਥੋਂ ਲੈ ਕੇ 3 ਕਿਲੋਮੀਟਰ ਅੰਦਰ ਤੱਕ ਪੂਰਾ ਪਹਾੜ ਜਿਹੜਾ ਹੈ ਉਸ ਦਾ ਇੱਕ ਤਾਂ 500 ਬੂਟੇ ਉੱਥੋਂ ਉਖਾੜੇ ਗਏ। ਉੱਥੋਂ ਦੂਜਾ ਉਸ ਦਾ ਜਿਹੜੀ ਨੇਚਰ ਸੀ ਜੋ ਉੱਥੇ ਇੱਕ ਲੈਂਡਸਕੇਪ ਸੀਗਾ ਨੇਚਰ ਦਾ ਉਸਨੂੰ ਵੀ ਖਰਾਬ ਕੀਤਾ ਗਿਆ। ਰੋਡ ਬਣਾ ਕੇ सोसाइटी जी है गगन वो बनाई जा रही सी और सोसाइटी भी जी फार्म हाउसां दी सोसाइटी हुंदी है उस ते कार्रवाई जी है वो हुई है और विभाग वालों रेवेन्यू डिपार्टमेंट नाल सीगा पुलिस नाल सीगी जिन्हां वालों एक कार्रवाई की गई है और 500 बूटे दोबारा तो ये फॉरेस्टेशन जिन्हों असीं कहने हैं 500 बूटे दोबारा तो लगाए गए ने वन विभाग वालों उत्थों और कब्जा एक तरीके दे क्योंकि 500 बूटे उखाड़ के PLPA दी क्योंकि सैक्शन लगी है संधू ते जिहड़ी गगन FIR भी हुई है FCA फॉरेस्ट कंजर्वेशन एक्ट लगे है। उस तो
ਜਿਹੜੀ PLPA ਦੀ ਸੈਕਸ਼ਨ 4 ਅਤੇ 5 ਹੈ ਉਸ ਤਹਿਤ ਮਾਮਲਾ ਦਰਜ ਹੋਇਆ ਹੈ ਔਰ ਉਸੀ ਦੇ ਚੱਲਦੇ 500 ਬੂਟੇ ਵਿਭਾਗ ਨੇ ਦੁਬਾਰਾ ਲਗਾਏ ਔਰ ਨਾਲ ਹੀ ਜਿਹੜੀ ਕੰਸਟਰਕਸ਼ਨ ਕੀਤੀ ਗਈ ਸੀਗੀ ਜਿਵੇਂ ਗੇਟ ਤੋੜਿਆ ਗਿਆ ਅੰਦਰ ਫਾਰਮ ਹਾਊਸ ਸੀਗਾ ਉਸ ਨੂੰ ਤੋੜਿਆ ਗਿਆ ਜਿੱਥੇ ਜ਼ਮੀਨ ਪੱਧਰੀ ਕੀਤੀ ਗਈ ਹੈ ਉੱਥੇ ਬੂਟੇ ਲਗਾਏ ਗਏ ਔਰ ਅੱਗੇ ਵੀ 4 ਤੇ 5 ਕਰੋੜ ਪੈਨਲਟੀ ਲਗਾਉਣ ਦੀ ਗੱਲ ਜਿਹੜੀ ਹੈ ਵਿਭਾਗ ਕਹਿ ਰਿਹਾ ਔਰ ਜਿਹੜੀ ਅਸੀਂ ਇਹ ਬਾਈਟ ਸੁਣ ਰਹੇ ਸੀਗੇ ਇਹ ਸ਼ਾਇਦ ਮਿਸਗਾਈਡ ਵਿਭਾਗ ਨਹੀਂ ਮਿਸਗਾਈਡ ਇਹ ਰਾਜੀਵ ਬਜਾਜ ਨੇ ਜੋ ਮੈਨੇਜਰ ਨੇ ਕਰਨਲ ਸੰਧੂ ਦੇ ਮਿਸਗਾਈਡ ਇਹ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਸ਼ਾਇਦ ਜਾਣਕਾਰੀ ਗਗਨ ਇਹ ਨਹੀਂ ਸੀਗੀ ਕੱਲ ਅਸੀਂ ਪੂਰੇ ਕਾਗਜ਼ਾਤ ਖੰਗਾਲੇ ਨੇ ਔਰ ਫੋਰੈਸਟ ਡਿਪਾਰਟਮੈਂਟ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਫੈਕਟ ਇਸ ਦੇ ਅੰਦਰ ਇਹ ਕਿ ਜਿਹੜਾ ਡੀਲਿਸਟਡ ਲੈਂਡ ਹੁੰਦੀ ਹੈ ਉਸ ਨੂੰ 3 ਤਰੀਕੇ ਦੇ ਨਾਲ ਹਿਦਾਇਤਾਂ ਨੇ ਕੇਂਦਰ ਫੋਰੈਸਟ ਡਿਪਾਰਟਮੈਂਟ ਦੀਆਂ ਵੀ ਫੋਰੈਸਟ ਮਿਨਿਸਟਰੀ ਦੀਆਂ ਵੀ ਔਰ ਸੁਪਰੀਮ ਕੋਰਟ ਦੇ 1996 ਦੇ ਕੇਸ ਦੀਆਂ ਵੀ ਕਿ ਜਿਹੜੇ ਡੀਲਿਸਟਡ ਲੈਂਡ ਹੈ ਜਿਵੇਂ ਇਹ ਪਾਰਟਿਕੂਲਰ ਏਰੀਆ ਹੈ ਇੱਥੇ 700 ਹੈਕਟੇਅਰ ਦੇ ਕਰੀਬ ਜਿਹੜਾ ਹੈ ਨਾਡਾ ਤੇ ਨਵੇਂਗੋ ਕਰੋੜ ਦੇ ਅੰਦਰ ਡੀਲਿਸਟਡ ਲੈਂਡ ਹੈ ਔਰ ਡੀਲਿਸਟਡ ਲੈਂਡ ਨੂੰ ਕਮਰਸ਼ੀਅਲ ਯੂਜ਼ ਨਹੀਂ ਕੀਤਾ ਜਾ ਸਕਦਾ ਨਾ ਹੀ ਉੱਥੇ ਜਿਹੜੀ ਹੈ ਇਸ ਤਰੀਕੇ ਦੇ ਫਾਰਮ ਹਾਊਸਿਸ ਬਣਾਉਣੇ ਜਾਂ ਇਸ ਤਰੀਕੇ ਦੀ ਸੁਸਾਇਟੀ ਬਣਾਉਣਾ ਇਹ ਨਹੀਂ ਬਣਾਈ ਜਾ ਸਕਦੀਆਂ ਇਹ ਹਿਦਾਇਤਾਂ ਹੈ ਕਾਨੂੰਨ ਗੈਰ ਕਾਨੂੰਨੀ ਹੈ ਇਸ ਤਰੀਕੇ ਦਾ ਬਣਾਉਣਾ ਕੇਵਲ ਤੇ ਕੇਵਲ ਜੇਕਰ ਅਲਾਉਡ ਹੈ ਤਾਂ ਜੋ ਪੁਸ਼ਤੈਨੀ ਉੱਥੇ ਰਹਿੰਦਾ ਆ ਰਿਹਾ ਹੈ ਆਪਣੇ ਸਰਵਾਈਵਲ ਲਈ ਆਪਣੇ ਲਾਈਵਲੀਹੁੱਡ ਲਈ ਉੱਥੇ ਹੋ ਰਹਿ ਸਕਦਾ ਹੈ ਗਾਇਆਂ ਮੈਸਾਂ ਰੱਖ ਕੇ ਜਿਹੜਾ ਸਰਵਾਈਵਲ ਹੈ ਉਹ ਕੀਤਾ ਜਾ ਸਕਦਾ ਕੇਵਲ ਤੇ ਕੇਵਲ ਡੀਲਿਸਟਡ ਲੈਂਡ ਦੇ ਅੰਦਰ ਜਿਹੜੀ ਹੈ ਫੋਰੈਸਟਡ ਡੀਲਿਸਟਡ ਦੇ ਅੰਦਰ ਆ 2 ਤੋਂ 3 ਹਦਾਇਤਾਂ ਨੇ ਜਿਸ ਦਾ ਪਾਲਣ ਗਗਨ ਕਰਨਾ ਹੁੰਦਾ ਹੈ ਲੇਕਿਨ ਤੁਸੀਂ ਦੇਖੋ ਕਿ ਇਹ ਕਰਨਲ ਸੰਧੂ ਵੱਲੋਂ ਕਿਉਂਕਿ 30 ਏਕੜ ਦੇ ਅੰਦਰ ਫੈਲਿਆ ਪੂਰੇ ਪਹਾੜ ਦੇ ਉੱਤੇ ਗਤੀਵਿਧੀਆਂ ਚੱਲ ਰਹੀ ਸੀਗੀਆਂ ਸੁਸਾਇਟੀ ਬਣਾਈ ਜਾ ਰਹੀ ਸੀਗੀ ਔਰ ਨਾਲ ਹੀ ਬਾਕੀ ਹੋਰ ਪਾਸੇ ਵੀ ਜਿਹੜੇ ਉੱਥੇ ਫਾਰਮ ਹਾਊਸਿਸ ਨੇ ਉੱਥੇ ਕਿਸੇ ਨੇ ਕੰਡਾ ਤਾਰ ਕਰਕੇ ਕਿਸੇ ਨੇ ਬਿਹੜ ਕੇ ਜਿਹੜਾ ਹੈ ਉਹ ਫਾਰਮ ਹਾਊਸਿਸ ਲਿਖਿਆ ਹੋਇਆ ਕੋਈ ਵਿਰਕ ਫਾਰਮ ਹੈ ਕੋਈ ਸੇਖੋ ਫਾਰਮ ਹੈ ਔਰ ਵੱਡੀ ਗੱਲ ਗਗਨ ਇਹ ਜਿਵੇਂ ਕਰਨਲ ਸੰਧੂ ਰਸੂਖਦਾਰ ਤੇ ਬੜੇ ਉਹ ਮੰਨੇ ਜਾਂਦੇ ਨੇ ਤਾਂ ਉਵੇਂ ਹੀ ਬਾਕੀ ਜਿਹੜੇ ਉੱਥੇ ਰਹਿੰਦੇ ਨੇ ਕੋਈ ਰਿਟਾਇਰਡ ADGP ਹੈ ਕੋਈ ਰਿਟਾਇਰਡ DGP ਹੈ ਕੋਈ ਰਿਟਾਇਰਡ ਵਿੰਗ ਕਮਾਂਡਰ ਹੈ 에ਅਰਫੋਰਸ ਦਾ ਕੋਈ ਪੋਲੀਟੀਸ਼ੀਅਨ ਹੈਗਾ ਹੈ ਔਰ ਇਹ ਸਾਰੀ ਜ਼ਮੀਨ ਗਗਨ ਉੱਥੇ ਮੁਸ਼ਤਰਕੇ ਦੇ ਅੰਦਰ ਹੈ ਇੱਕ ਜ਼ਮੀਨ ਨੂੰ ਬਾਰ-ਬਾਰ ਜਿਹੜਾ ਹੈ ਦੁਬਾਰਾ ਤੋਂ ਦੁਬਾਰਾ ਵੇਚਿਆ ਗਿਆ ਹੈ ਔਰ ਛੋਟੇ-ਛੋਟੇ ਟੁਕੜੇ ਕਰਕੇ ਕਿਉਂਕਿ ਕੋਸ਼ੀਅਰਸ ਨੇ ਪਰ ਇਹ ਸਾਰੀ ਲੈਂਡ ਉੱਥੇ ਜਿਹੜਾ ਟੈਕਨੀਕਲ ਫੈਕਟ ਹੈ ਗਗਨ ਉਹ PLP ਦੇ ਅੰਡਰ ਜਿਹੜੀ ਹੈ ਉਹ ਹੈਗੀ ਹੈ ਔਰ ਉੱਥੇ PLPA ਦੀ ਸੈਕਸ਼ਨ 4 ਅਤੇ 5 ਲਾਗੂ ਹੁੰਦੀ ਹੈ ਤਾਂ ਉੱਥੇ ਕਿਸ ਤਰੀਕੇ ਦੀ ਚੇਂਜਿਸ ਕਰਨਾ ਗ੍ਰੀਨਰੀ ਨੂੰ ਖਰਾਬ ਕਰਨਾ ਇਹ ਸਭ ਅਲਾਉ ਨਹੀਂ ਹੈ ਇਹੀ ਕਾਰਨ ਹੈ ਕਿ ਵਿਭਾਗ ਵੱਲੋਂ ਵੀ ਕਾਰਵਾਈ ਗਗਨ ਕੀਤੀ ਗਈ ਹੈ ਬਿਲਕੁਲ ਅਮਨ ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ ਇੱਕ ਵਾਰੀ ਤੁਹਾਨੂੰ ਇਹ ਵੀ ਦੁਬਾਰਾ ਸੁਣਾ ਦਿੰਦੇ ਆ ਕਿ ਰਿਐਕਸ਼ਨ ਜਿਹੜਾ ਹੈਗਾ ਉਹ ਕਿਸ ਤਰੀਕੇ ਦਾ ਆ ਰਿਹਾ ਰਿਐਕਸ਼ਨ ਵੀ ਸੁਣਾ ਦਿੰਦੇ ਆ ਕੀ ਰਿਐਕਸ਼ਨ ਹੋ ਰਿਹਾ ਇਸ ਕਾਰਵਾਈ ਤੇ ਜਿਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਰਿਐਕਸ਼ਨ ਕੀ ਦੇ ਰਹੇ ਨੇ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ फॉरेस्ट डिपार्टमेंट मिसगाइड कर रहा है सबको अच्छा जी हाईकोर्ट का ऑलरेडी ऑर्डर आ चुका हुआ है जी बहुत पुराना है कि ये डीलिस्टेड लैंड्स जो हैं दे कैन बी यूज्ड फॉर एनी पर्पस ਫਾਰਮ ਹਾਊਸ ਦਾ ਕੰਮ ਜਾਰੀ ਹੈ ਧੜੱਲੇ ਨਾਲ ਫਾਰਮ ਹਾਊਸਿਸ ਬਣ ਰਹੇ ਨੇ ਜ਼ਮੀਨ ਚਾਹੇ ਸਰਕਾਰੀ ਹੋਵੇ ਚਾਹੇ ਖੁਦ ਪ੍ਰਾਈਵੇਟ ਸ਼ੇਅਰ ਦੇ ਅੰਦਰ ਮੁਸ਼ਤਰਕੇ 'ਚ ਜ਼ਮੀਨ ਹੋਵੇ ਪਰ ਫਾਰਮ ਹਾਊਸਾਂ ਦਾ ਕੰਮ ਧੜੱਲੇ ਨਾਲ ਜਾਰੀ ਹੈ ਔਰ ਛਿੱਕੇ ਤੇ ਟਾਂਕੇ ਚਾਹੇ ਉਹ ਫੋਰੈਸਟ ਦੀ ਕੰਜ਼ਰਵੇਸ਼ਨ ਐਕਟ ਨੇ ਚਾਹੇ ਸਰਕਾਰ ਦੀ ਜ਼ਮੀਨਾਂ ਸਰਕਾਰੀ ਜ਼ਮੀਨਾਂ ਦੇ ਐਕਟ ਨੇ ਔਰ ਜਿੰਨਾ ਏਰੀਆ ਖਰੜ ਦੇ ਅੰਦਰ ਚਾਹੇ ਸਿਸਵਾ ਹੈ ਚਾਹੇ ਮਸੋਲ ਟਾਂਡਾ ਕਿਉਂਕਿ ਇਸ ਵੇਲੇ ਅਸੀਂ ਮੌਜੂਦ ਹਾਂ ਚਾਹੇ ਇੱਥੇ ਦਾ ਏਰੀਆ ਹੈ ਤਾਂ ਫਾਰਮ ਹਾਊਸਿਸ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਔਰ ਸੁਸਾਇਟੀਆਂ ਬਣਾ ਕੇ ਫਾਰਮ ਹਾਊਸਿਸ ਦੀਆਂ ਵੇਚੀਆਂ ਜਾ ਰਹੀਆਂ ਉਸ ਦੀ ਸਟ੍ਰੈਟਜੀ ਬਣਾਈ ਜਾ ਰਹੀ ਹੈ ਕਿਵੇਂ ਇਸ ਨੂੰ ਵੇਚਿਆ ਜਾਵੇ ਔਰ ਇਨਵਾਇਰਨਮੈਂਟ ਨੂੰ ਖਾਸ ਕਰਕੇ ਖਰਾਬ ਕੀਤਾ ਜਾ ਰਿਹਾ ਕੋਈ ਬੂਟੇ ਉਖਾੜ ਰਿਹਾ ਹੈ ਕਨਵਰ ਸੰਧੂ ਮਾਫ ਕਰਨਾ ਕਰਨਲ ਸੰਧੂ ਦੇ ਇੱਕ ਫਾਰਮ ਹਾਊਸ ਦੇ ਲਈ 500 ਬੂਟੇ ਜਿਹੜੇ ਨੇ ਉਹ ਉਖਾੜੇ ਗਏ ਔਰ ਤੁਸੀਂ ਦੇਖੋ ਕਿ ਜਿਹੜੀ ਹੁਣ ਇਹ ਅਸੀਂ ਫੇਅਰਵੁੱਡ ਫਾਰਮਸ ਤੇ ਆ ਫੇਅਰਵੁੱਡ ਫਾਰਮਸ ਵੀ ਇसी ਲਈ ਤੇ ਹੈ ਇਹ ਰੋਡ ਬਣਾਈ ਗਈ ਹੈ ਆਸੇ-ਪਾਸੇ ਖਜੂਰਾਂ ਲਗਾ ਕੇ ਅੰਦਰ ਜਿਹੜੀ ਹੈ ਕੰਡਾ ਤਾਰ ਲਗਾ ਕੇ ਇੱਕ ਸੁਸਾਇਟੀ ਬਣਾਈ ਜਾ ਰਹੀ ਹੈ ਸੁਸਾਇਟੀ ਬਣਾ ਕੇ ਉਸ ਨੂੰ ਵੱਧ ਰੇਟ 'ਚ ਪਲੋਟ ਕੱਟ ਕੇ ਵੇਚਿਆ ਜਾਏਗਾ ਔਰ ਟੈਕਨੀਕਲ ਚੀਜ਼ ਇਹ ਹੈ ਕਿ ਇਹ ਮੁਸ਼ਤਰਕੇ ਦੇ ਅੰਦਰ ਜ਼ਮੀਨ ਹੈ ਜਿਸ ਨੂੰ ਇਕੱਠੇ ਖਰੀਦ ਕੇ ਉਸ ਤੋਂ ਬਾਅਦ ਪਲੋਟ ਬਣਾ ਕੇ ਵੇਚੇ ਜਾਂਦੇ ਫਾਰਮ ਹਾਊਸ ਬਣਾ ਕੇ ਵੇਚੇ ਜਾਂਦੇ ਜੋ ਕਿ
ਟੋਟਲੀ ਇਲੀਗਲ ਹੈ। ਇਸ ਤਰੀਕੇ ਦੀ ਕੰਸਟਰਕਸ਼ਨ ਡੀਲਿਸਟਡ ਲੈਂਡ, ਡੀਲਿਸਟਡ ਏਰੀਆ ਜਿਹੜਾ ਫੋਰੈਸਟ ਦਾ ਹੈਗਾ ਹੈ, ਉਸ ਦੇ ਅੰਦਰ ਨਹੀਂ ਕੀਤੀ ਜਾ ਸਕਦੀ। ਇਸ ਤਰੀਕੇ ਦੀ ਸੁਸਾਇਟੀਆਂ ਬਣਾਉਣਾ, ਖਜੂਰ ਲਗਾ ਕੇ ਜਿਹੜਾ ਹੈ ਅੱਗੇ ਕੰਸਟਰਕਸ਼ਨ ਕਰਨਾ ਹੈਵੀ ਤੌਰ ਤੇ ਉਹ ਨਹੀਂ ਅਲਾਉਡ। ਔਰ ਇੱਥੇ ਜਿਹੜੇ ਫਾਰਮ ਹਾਊਸ ਬਣ ਰਹੇ ਨੇ ਕੁੱਲ 40 ਜਣੇ ਨੇ ਜਿਨ੍ਹਾਂ ਨੂੰ ਗਮਾਡਾ ਨੂੰ, ਜਿਨ੍ਹਾਂ ਦੀ ਰਿਪੋਰਟ ਜਿਹੜੀ ਹੈ ਉਹ ਸੌਂਪ ਦਿੱਤੀ ਗਈ ਹੈ। ਗਮਾਡਾ ਇਹਨਾਂ ਨੂੰ ਕਦੀ ਵੀ ਆ ਕੇ ਡੀਕਨਸਟਰਕਟ ਕਰ ਸਕਦਾ ਹੈ, ਤੋੜ ਸਕਦਾ ਹੈ, ਡਿਮੋਲਿਸ਼ ਕਰ ਸਕਦਾ ਹੈ। ਅੰਦਰ ਕਰਨਲ ਸੰਧੂ ਦੇ ਜਿਹੜਾ ਫਾਰਮ ਹਾਊਸ ਸੀਗਾ 100 ਕਿੱਲੇ ਦੇ ਅੰਦਰ ਦਾ ਪੂਰਾ ਪਹਾੜ ਜਿਹੜਾ ਹੈ ਉਸ ਨੂੰ ਕਬਜ਼ਾ ਕੇ 500 ਪੇੜ ਜਿਹੜੇ ਨੇ ਉੱਥੋਂ ਉਖਾੜ ਦਿੱਤੇ ਗਏ, ਜਿੱਥੇ ਵਿਭਾਗ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ। ਪਰ ਇਹਨਾਂ ਤੇ ਵੀ ਅਜਿਹੇ तमाम ਫਾਰਮ ਹਾਊਸਿਸ ਤੇ ਅੱਗੇ ਵੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ। ਕੈਮਰਾਮੈਨ ਅਮਨਦੀਪ ਦੇ ਨਾਲ ਅਮਨ ਭਾਰਦਵਾਜ, ਨਿਊਜ਼ 18 ਮਸੋ। सोमन भारद्वाज की रिपोर्ट देख रहे तुसी और कार्रवाई जिस तरीके की हुई है, कार्रवाई भी दिखा रहे हैं जेसीबी ने किस तरीके का एक्शन जिहड़ा हैगा वो लिया है और क्यों ये एक्शन लिया गया, क्योंकि ये फार्म हाउस जिहड़े सीगे वो नजायज तरीके कब्जा करके जिहड़ा हैगा वो बनाए गए ने और जिस तरीके की कार्रवाई इन्हां दे विच अंदर चल रही सी वो कानूनन नहीं की जा सकती, हरियाली खत्म नहीं की जा सकती, जिस तरीके की कंस्ट्रक्शन की जा रही है वो नहीं बनाई जा सकती। नेम कायदे कानून ये कहते हैं कि जेकर कोई शख्स अपने गुजारे दे लई, अपनी रोजी रोटी दे लई उत्थे कुछ गावां मज्जां रखदा है ਜਾਂ कुछ थोड़े बहुत एरिया ਦੇ ਵਿੱਚ खेती करदा है, ਜਿਹੜਾ ਪਹਿਲਾਂ ਤੋਂ ਉੱਥੇ ਰਹਿ ਰਿਹਾ ਔਰ ਜਿਸ ਦੇ ਕੋਲ ਹੋਰ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ ਤਾਂ ਉਸ ਨੂੰ ਇਜਾਜ਼ਤ ਹੈਗੀ ਇਸ ਏਰੀਆ ਵਿੱਚ ਰਹਿਣ ਦੀ। ਡੀਲਿਸਟਡ ਲੈਂਡ ਹੈਗੀ ਹੈ ਇਹ ਔਰ ਅਜਿਹੀ ਗ੍ਰੀਨ ਏਰੀਆ ਜਿਹੜਾ ਸੀਗਾ, ਹਰਾ ਏਰੀਆ ਜਿਹੜਾ ਸੀਗਾ ਉਸ ਨੂੰ ਜਿਸ ਤਰੀਕੇ ਖਤਮ ਕੀਤਾ ਗਿਆ ਉਸ ਤੇ ਜੰਗਲਾਤ ਮਹਿਕਮੇ ਨੇ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਦੇ ਪੁਲਿਸ ਅਧਿਕਾਰੀ ਨਾਲ ਮੌਜੂਦ ਰਹੇ ਨੇ। ਹਾਲਾਂਕਿ ਕਰਨਲ ਸੰਧੂ ਦੇ ਰਿਪਰੈਜ਼ੈਂਟੇਟਿਵ ਇਹ ਕਹਿ ਰਹੇ ਨੇ ਕਿ ਇਹ ਮਿਸਗਾਈਡ ਕੀਤਾ ਜਾ ਰਿਹਾ ਹੈ और ये मिसगाइड करके कार्रवाई की जा रही है, जबकि ये सारी कार्रवाई जिस तरीके FIR दर्ज हुई है और कानून के तहत जिहड़ा हैगा कई सारियां धारावां लगियां ने वो कुछ होर सवाल जिहड़े हैगे वो खड़े करदियां। उधर जलंधर के पिंड परागपुर के घर दे विच वड़ के कुੱਟਮਾਰ की गई है। ऑटो चालक नूं डंडिਆਂ ਦੇ ਨਾਲ ਜਿਹੜਾ ਹੈਗਾ ਕੁੱਟਿਆ ਗਿਆ। ऑटो ਦੇ ਵਿੱਚ ਸਵਾਰੀ ਨੂੰ ਛੱਡਣ ਤੋਂ ਮਨਾ ਕਰਨ ਤੇ ऑटो चालक ਤੇ ਹਮਲਾ ਕੀਤਾ ਗਿਆ। पीड़ित ऑटो चालक जिहड़ा हैगा गंभीर तौर पे जख्मी हो गया ते इस पूरे घटना दीयां तस्वीरां जिहड़ा हैगा वो CCTV दे विच कैद भी होईयां ने। ऑटो चालक नूं कुੱਟਿਆ गया, घर विच वड़ के कुੱਟਿਆ और वजह की सीगी? वजह यह सीगी कि उसने सवारी नूं छड्डण तो मना कर दिता सी तां उस ते हमला कर दिता गया। सड़क ते भी उन्होंने कुੱਟਿਆ, घर दे विच वड़ के कुੱਟਿਆ, घर दे अंदर वड़ के कुੱਟਿਆ, उस तो बाद सड़क ते उसनूं कुੱਟਿਆ गया। तो दो तस्वीरां जड़ियां ने तुसीं देख रहे हो CCTV दे विच तस्वीरां कैद हुईयां किवें कुੱਟਿਆ ਜਾਂਦਾ ऑटो चालक नूं और उस तो बाद किवें सड़क ते लिया के उसनूं कुੱਟਿਆ जा रहा डंडिਆਂ ਦੇ ਨਾਲ। ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਵਧੇਰੀ ਜਾਣਕਾਰੀ ਦੇ ਨਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਸੁਰਿੰਦਰ, ਕੀ ਪੂਰਾ ਮਾਮਲਾ ਕੀ ਹੈਗਾ ਇਹ? ਬਿਲਕੁਲ ਗਗਨ, ਜਿਹੜਾ ਕਿ ਮਾਮਲਾ ਹੈਗਾ ਰਾਮਾ ਮੰਡੀ ਚੌਕ ਦਾ ਹੈਗਾ। ਜਲੰਧਰ ਦੇ ਵਿੱਚ ਇੱਕ ਰਾਮਾ ਮੰਡੀ ਚੌਕ ਹੈਗਾ ਜਿੱਥੇ ਤਕਰੀਬਨ ਜਿਹੜੀਆਂ ਲੁਧਿਆਣੇ ਤੋਂ ਜਾਂ ਦਿੱਲੀ ਤੋਂ ਬੱਸਾਂ ਆਉਂਦੀਆਂ ਹੈਗੀਆਂ ਉੱਥੇ ਰੁਕਦੀਆਂ ਜ਼ਰੂਰ ਹੈਗੀਆਂ ਔਰ ਇੱਥੇ ਆਟੋ ਜਿਹੜੇ ਚਾਲਕ ਹੈਗੇ ਉਹ ਵੀ ਇੱਥੇ ਮੌਜੂਦ ਹੁੰਦੇ ਨੇ। ਤੇ ਇੱਕ ਦੋ ਸਵਾਰੀਆਂ ਵੱਲੋਂ ਇੱਕ ਆਟੋ ਨੂੰ ਜਿਹੜਾ ਜਲੰਧਰ ਕੈਂਟ ਦਾ ਦੁਸ਼ਹਿਰਾ ਗਰਾਊਂਡ ਹੈਗਾ ਉੱਥੇ ਜਾਣ ਲਈ ਕਿਹਾ ਗਿਆ, ਪਰ ਉਸਨੇ ਉਹਨਾਂ ਨੂੰ ਲੈ ਜਾਣ ਤੋਂ ਮਨਾ ਕਰ ਦਿੱਤਾ। ਤਾਂ ਉਸ ਤੋਂ ਬਾਅਦ ਤੁਰੰਤ ਦੂਸਰੀ ਸਵਾਰੀ ਆਉਂਦੀ ਆ ਤਾਂ ਉਸ ਨੂੰ ਉਹ ਦੁਸ਼ਹਿਰਾ ਗਰਾਊਂਡ ਤੇ ਲੈ ਕੇ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਪਹਿਲੇ ਸਵਾਰੀਆਂ ਸੀਗੀਆਂ ਉਹ ਅਗਲੀ ਆਟੋ ਦੇ ਨਾਲ ਉਸ ਆਟੋ ਦਾ ਪਿੱਛਾ ਕਰਦੇ ਨੇ ਤੇ ਆਟੋ ਜਦੋਂ ਉੱਥੇ ਰੁਕਦਾ ਆ ਕੇ ਉਹਨਾਂ ਵੱਲੋਂ ਉਤਰ ਕੇ ਉਸ ਆਟੋ ਜਿਹੜਾ ਆਟੋ ਚਾਲਕ ਸੀਗਾ ਉਹਦੇ ਨਾਲ ਪੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਮਾਮਲਾ ਹੈਗਾ ਉਹ ਥਾਣੇ ਤੱਕ ਪਹੁੰਚ ਜਾਂਦਾ ਹੈ। ਫਿਲਹਾਲ ਜੇ ਗੱਲ ਕਰੀਏ ਇਸ ਵੇਲੇ ਦੀ, ਆਟੋ ਚਾਲਕ ਜਿਸ ਨਾਲ ਕੁੱਟਮਾਰ ਕੀਤੀ ਸੀਗੀ ਉਹ ਇਸ ਵੇਲੇ ਜੇਰੇ ਇਲਾਜ ਸਿਵਲ ਹਸਪੀਟਲ 'ਚ ਦਾਖਲ ਹੈ ਤੇ ਜਿਹੜੇ ਯੁਵਕ ਹੈਗੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀਗੀ ਪੁਲਿਸ ਜਿਹੜੀ ਹੈਗੀ ਉਹਨਾਂ ਦੀ ਭਾਲ ਕਰ ਰਹੀ ਹੈ। ਜੀ ਪਛਾਣ ਹੋ ਸਕੀ ਹੈ ਸੁਰਿੰਦਰ ਇਹਨਾਂ ਦੀ ਕੌਣ ਸੀਗੇ? ਜੀ ਪਛਾਣ ਹੋ ਚੁੱਕੀ ਹੈ, ਭਾਲ ਕਰ ਰਹੇ, ਜਲਦੀ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। बहुत बहुत शुक्रिया सुरेंद्र इस तमाम जानकारी के लिए। सुरेंद्र कंबोज साढ़े सहयोगी जानकारी दे रहे सन। ये मुंडे जेडे कुੱਟਮਾਰ कर रहे हैं, नौजवान जेडे कुੱਟਮਾਰ कर रहे हैं, इन्हां दी पछाण हो चुकी है। ऑटो चालक हालांकि जेरे इलाज है पर इन्हां दी पछाण हो चुकी है और गिरफ्तारी लिए पुलिस कोशिश कर रही है। ਧਿਰ ਦੇ ਜਿਹੜੇ ਬੰਦੇ ਆ ਤਸਦੀਕ ਕੀਤੇ ਆ 4 ਬੰਦੇ ਆ ਤੇ ਉਹਨਾਂ ਦੇ ਘਰ ਰੇਡ ਕੀਤੇ, ਲੇਕਿਨ ਉਹ 4 ਹੀ ਬੰਦੇ ਜਿਹਦੇ ਘਰ ਹਾਜ਼ਰ ਨਹੀਂ ਮਿਲੇ। ਉਹਨਾਂ ਦੇ ਜਿਹੜੇ ਜੋ ਵੀ ਘਰ ਉਹਨਾਂ ਦੇ ਪਰਿਵਾਰਕ ਮੈਂਬਰ ਮਿਲੇ ਉਹਨਾਂ ਦੇ ਰਿਟਨ 'ਚ ਨੋਟ ਆਪਾਂ ਕਰਾ ਕੇ ਆਂਦਾ ਕਿ ਆਪ ਬੰਦੇ ਪੇਸ਼ ਕਰੋ ਤੇ ਵਾਰ-ਵਾਰ ਰੇਡ ਕੀਤੇ ਜਾ ਰਹੇ ਆ। ਸੀਨੀਅਰ ਅਫਸਰਾਂ ਦੇ ਜਿਹੜਾ ਆਪਾਂ ਇਹਨਾਂ ਬਾਰੇ ਇਸ ਬਾਰੇ ਜਾਣੂ ਕਰਾਇਆ ਗਿਆ ਆ ਤੇ ਜੋ ਵੀ ਮੈਡੀਕਲ ਦੀ ਜਿਹੜੀ ਰਿਪੋਰਟ ਆਵੇਗੀ
ਜੋ ਵੀ ਇਹ ਮੈਡੀਕਲ ਦੀ ਰਿਪੋਰਟ ਆਵੇਗੀ ਉਸ ਆਧਾਰ ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ। ਉਧਰ ਸੰਦੀਪ ਅੰਬੀਆ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਰੇਆਮ ਗੋਲੀਆਂ ਮਾਰ ਕੇ ਸੰਦੀਪ ਅੰਬੀਆ ਦਾ ਕਤਲ ਕੀਤਾ ਗਿਆ ਸੀ। ਕਬੱਡੀ ਟੂਰਨਾਮੈਂਟ ਦੇ ਦੌਰਾਨ ਸੰਦੀਪ ਅੰਬੀਆ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਔਰ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਇਹ ਵੱਡੀ ਖਬਰ ਬਣੀ ਸੀ ਕਿ ਸੰਦੀਪ ਅੰਬੀਆ ਕਤਲकांड ਦੇ ਨਾਲ ਜੁੜੀ ਇਹ ਵੱਡੀ ਖਬਰ ਹੈ। ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸੰਦੀਪ ਅੰਬੀਆ ਕਤਲकांड ਦਾ ਮੁੱਖ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹੈ। ਸ਼ਰੇਆਮ ਗੋਲੀਆਂ ਮਾਰ ਕੇ ਸੰਦੀਪ ਨੂੰ ਕਤਲ ਕੀਤਾ ਗਿਆ ਸੀਗਾ। ਕਬੱਡੀ ਟੂਰਨਾਮੈਂਟ ਦੇ ਦੌਰਾਨ ਸ਼ਰੇਆਮ ਗੋਲੀਬਾਰੀ ਹੋਈ ਸੀ, ਗੋਲੀਆਂ ਚਲਾਈਆਂ ਗਈਆਂ ਸਨ ਤੇ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ। ਸੰਦੀਪ ਨੰਗਲ ਅੰਬੀਆ ਕਬੱਡੀ ਦਾ ਮਸ਼ਹੂਰ ਖਿਡਾਰੀ ਔਰ ਉਸਦੇ ਕਤਲकांड ਦੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ। ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੁੱਖ ਮੁਲਜ਼ਮ ਨੂੰ ਤੇ ਪੂਰਾ ਮਾਮਲਾ ਜਿਸ ਤਰੀਕੇ ਸਾਹਮਣੇ ਆਇਆ ਸੀਗਾ, ਇਸ ਨੇ ਖੇਡ ਪ੍ਰੇਮੀਆਂ ਨੂੰ ਪਰੇਸ਼ਾਨ ਕੀਤਾ ਸੀਗਾ। ਜਿਹੜੇ ਖੇਡ ਦੇ ਮੈਦਾਨ ਵਿੱਚ ਉਤਰਨ ਵਾਲੇ ਖਿਡਾਰੀ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਸੀਗਾ ਔਰ ਸਵਾਲੀਆ ਨਿਸ਼ਾਨ ਖੜਾ ਕੀਤਾ ਸੀਗਾ ਕਾਨੂੰਨ ਵਿਵਸਥਾ ਦੇ ਉੱਤੇ। ਸ਼ਰੇਆਮ ਆ ਕੇ ਜਿਹੜਾ ਹੈਗਾ ਜਿਸ ਤਰੀਕੇ ਫਾਇਰਿੰਗ ਕੀਤੀ ਗਈ ਸੀਗੀ ਕਬੱਡੀ ਮੈਚ ਦੇ ਦੌਰਾਨ, ਉਸ ਤੋਂ ਬਾਅਦ ਇਹ ਮਸਲਾ ਜਿਹੜਾ ਹੈਗਾ ਉਹ ਭਖਿਆ ਔਰ ਹੁਣ ਜਿਹੜਾ ਹੈਗਾ ਸੰਦੀਪ ਨੰਗਲ ਅੰਬੀਆ ਦੇ ਕਤਲकांड ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਗੱਲ ਕਰਦੇ ਹਾਂ ਲੁਧਿਆਣਾ ਦੀ, ਜਿੱਥੇ ਡਬਲ ਕਤਲ ਕੇਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਕਲੌਤੇ ਪੁੱਤਰ ਨੇ ਹੀ ਮਾਪਿਓ ਦੀ ਸੁਪਾਰੀ ਦਿੱਤੀ ਸੀ। 3 ਮੁਲਜ਼ਮਾਂ ਨੂੰ ਸੁਪਾਰੀ ਦਿੱਤੀ ਗਈ ਸੀ। ਬੇਟੇ ਸਣੇ ਇੱਕ ਮੁਲਜ਼ਮ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਗਿਆ। ਜਾਇਦਾਦ ਦੇ ਲਈ ਮਾਪਿਓ ਦਾ ਕਤਲ ਕਰਾਇਆ ਸੀ ਇੱਕ ਪੁੱਤ ਨੇ। 에ਅਰਫੋਰਸ ਦੇ ਰਿਟਾਇਰ ਅਧਿਕਾਰੀ ਅਤੇ ਉਹਨਾਂ ਦੀ ਪਤਨੀ ਦਾ ਪਰਸੋਂ ਕਤਲ ਹੋਇਆ ਸੀ। ਤਸਵੀਰਾਂ ਸਾਹਮਣੇ ਆਈਆਂ ਸਨ। ਇੱਕ ਤੱਥ ਸਾਹਮਣੇ ਆਇਆ ਸੀਗਾ ਕਿ ਇਹ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਸੀਗੇ, ਮੁੰਡੇ ਅਤੇ ਨੂੰਹ ਦੇ ਨਾਲ ਰਹਿੰਦੇ ਸੀਗੇ ਉੱਥੇ। ਪਰ ਹੁਣ ਜਿਹੜਾ ਖੁਲਾਸਾ ਹੈਗਾ ਕਿ ਬੇਟੇ ਨੇ ਹੀ ਮਾਪਿਓ ਨੂੰ ਕਤਲ ਕਰਨ ਦੇ ਲਈ ਸੁਪਾਰੀ ਦਿੱਤੀ ਸੀ। ਇੱਕ ਪੁੱਤ ਨੇ ਆਪਣੇ ਮਾਪਿਓ ਨੂੰ ਮਾਰਨ ਦੇ ਲਈ ਸੁਪਾਰੀ ਦਿੱਤੀ। 2.5 ਲੱਖ ਰੁਪਏ ਦੇ ਕੇ ਕਤਲ ਕਰਵਾਇਆ ਗਿਆ। ਪੁਲਿਸ ਨੇ ਬੇਟੇ ਸਣੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਜਿਸ ਤਰੀਕੇ ਇਸ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਉਹ ਆਪਣੇ ਆਪ ਵਿੱਚ ਸਵਾਲ ਖੜੇ ਕਰਦਾ ਹੈ। ਰਿਸ਼ਤਿਆਂ ਦੇ ਨਿਗਾਰ ਤੇ ਸਵਾਲ ਖੜੇ ਕਰਦਾ ਹੈ ਔਰ ਰਿਸ਼ਤਿਆਂ ਦੇ ਅੰਦਰ ਨਿਗਾਰ ਵੀ ਇਸ ਪੱਧਰ ਦਾ ਕਿ ਇੱਕ ਪੁੱਤ ਨੇ ਆਪਣੇ ਮਾਪਿਓ ਨੂੰ ਮਰਵਾਉਣ ਦੇ ਲਈ ਸੁਪਾਰੀ ਦੇ ਦਿੱਤੀ। ਸੁਪਾਰੀ ਦਿੱਤੀ 2.5 ਲੱਖ ਰੁਪਏ ਦੇ ਕੇ ਆਪਣੇ ਮਾਪਿਓ ਦੋਵਾਂ ਦਾ ਕਤਲ ਕਰਾਇਆ। ਔਰ ਕਤਲ ਕਿਉਂ ਕਰਾਇਆ? ਜਾਇਦਾਦ ਦੇ ਲਈ। ਤੇ 에ਅਰਫੋਰਸ ਦੇ ਰਿਟਾਇਰ ਅਧਿਕਾਰੀ ਤੇ ਉਹਨਾਂ ਦੀ ਪਤਨੀ ਦਾ ਇੱਕ ਕਤਲ ਹੋਇਆ ਸੀਗਾ। ਉਸ ਤੋਂ ਬਾਅਦ ਹੁਣ ਬੇਟੇ ਅਤੇ ਇੱਕ ਮੁਲਜ਼ਮ ਨੂੰ ਪੁਲਿਸ ਨੇ गिरफ्तार कर लिया। कार्रवाई करते हुए हमने परिस्थिति ਨੂੰ ਵਿਚਾਰਦੇ ਹੋਏ ਅਲੱਗ-ਅਲੱਗ ਸਸਪੀਸ਼ੀਅਸ ਐਕਟੀਵਿਟੀਜ਼ ਜਿਹੜੀ ਉਸ ਜਗ੍ਹਾ ਤੇ ਹੋਈ ਸੀ ਉਹਨਾਂ ਨੂੰ ਅਸੀਂ ਐਨਾਲਾਈਜ਼ ਕੀਤਾ। ਸੀਸੀਟੀਵੀ ਫੁਟੇजेस ਵਗੈਰਾ ਉੱਥੇ ਦੇ ਆਸ-ਪਾਸ ਦੇ ਘਰਾਂ ਦੀ ਦੇਖੀ। ਇਹ ਵੀ ਪੁਆਇੰਟ ਸੀ ਕਿ ਵੀ ਉਹਦਾ ਘਰ ਦੇ ਵਿੱਚੋਂ ਡੀਵੀਆਰ ਲੈ ਕੇ ਗਈ ਸੀ, ਜਿਹੜੇ ਕਰਕੇ ਇਹ ਪਤਾ ਚੱਲਦਾ ਸੀ ਕਿ ਬੰਦੇ ਵਾਕਿਫ ਹੋ ਸਕਦੇ ਆ। ਐਂਟਰੀ ਜਿਹੜੀ ਘਰ ਦੇ ਵਿੱਚ ਇਹ ਪਤਾ ਚੱਲੀ ਕਿ ਵੀ ਉਹ ਫਰੈਂਡਲੀ ਐਂਟਰੀ ਹੈ, ਉਹਨੂੰ ਅਲਾਉ ਕੀਤਾ ਗਿਆ, ਫੈਸਿਲਿਟੇਟ ਕੀਤਾ ਗਿਆ। ਇਹ ਸਾਰੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੀ ਪੁੱਛਗਿੱਛ ਜਦੋਂ ਕੀਤੀ ਹੈ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਵੀ ਇਹਨਾਂ ਦਾ ਲੜਕਾ ਹਰਮੀਤ ਸਿੰਘ ਏਲੀਅਸ ਮਨੀ ਇਹਦਾ ਜਿਹੜਾ ਮੁੱਖ ਸੂਤਰਧਾਰ ਸੀ, ਜਿਹੜੇ ਵੱਲੋਂ 3 ਹੋਰ ਬੰਦੇ ਜਿਨ੍ਹਾਂ ਵਿੱਚੋਂ ਇੱਕ ਬਲਵਿੰਦਰ ਰਾਜੂ ਹੈ, ਇੱਕ ਲੱਡੂ ਕਰਕੇ ਸ਼ਖਸ ਹੈ ਸੁਨੀਲ, ਤੇ ਤੀਜਾ ਸ਼ਖਸ ਜਿਹੜਾ ਹੈ ਵਿੱਕੀ। कार्रवाई करते हुए हमने अगली खबर गोहाना तो है, जिथे एक ज्वेलरी की दुकान के गहने खरीदने के बहाने 2 शातिर महिलावां ने झांजर चोरी कर ली। वारदात नूं बड़ी ही चलाकी दे नाल अंजाम दिता गया। दुकान दे विच झांजरां वेख रहीआं महिलावां विचों एक ने घुंड कढ़िया होया सी, जो कि बड़े ही चलाकी दे नाल चांदी दीआं 2 झांजरां नूं चुक लैंदी है ते फिर पसंद ना आउण दा बहाना बना के दुकान तो चलियां जांदियां ने। दुकान दे विच बैठी एक बजुर्ग महिला नूं चोरी का शक होने ते जदों सीसीटीवी फुटेज जिहड़ी हैगी वो देखी गई तो चोरी का पता लग गया। फिलहाल पुलिस ने मामला दर्ज करके जांच शुरू कर दी है। तो तस्वीरां विच तुसीं देख रहे हो कि किवें झांजरां चोरी कीतियां ने गोहाना दे विच। हरियाणा के गोहाना तो यह खबर हैगी है जिथे झांजर चोरी की गई। महिलावां दे वल्लों एक महिला ने घुंड कढ़िया होया सी ते ओह झांजर वेख रही सी। वेखण तो बाद उसने किस तरीके लुको लई वेखदे वेखदे और उस तो बाद जिहड़ा हैगा झांजर लैके उत्थों चल गई। पसंद ना आने का बहाना बनाया तो उत्थों गायब हो गई। ते महिला जिहड़ी दुकान के अंदर बैठी सी उसनूं शक होया ते शक होने ते जिहड़ा हैगा सीसीटीवी फुटेज देखी गई। ते सीसीटीवी फुटेज देखने ते पता लग गया
ਕਿ ਝਾਂਜਰਾਂ ਚੋਰੀ ਹੋ ਚੁੱਕੀਆਂ ਨੇ। एक लेडीज आई हुई थी हमारे पास कस्टमर वो कड़ा बनवाने के लिए। फिर वो 2 लेडीज आई, पहले तो उन्होंने दरवाज़ा भी नहीं बंद किया, एक ने तो अपना फेस खोला हुआ था, एक ने फेस अपना ढका हुआ था। उसको कहा भी था कि अपना फेस खोल दो, लेकिन उसने खोला नहीं। पहले उसने बाली के लिए बोला कि मेरे को बाली दिखा दो बच्चों के लिए। बाली के लिए ये बाहर चले गए बाली के दिखाने के लिए, लेने के लिए घर से। फिर क्या हुआ कि वो बोली पायल दिखा दो मेरे को। तब तक मैं उसको पायल दिखा रही थी, वो पायलों में अपना नाइट पर्स था ना जी, साथ में उसका पर्स लिया हुआ था, वो साथ में उसने पायल छुपा ली और फिर वो एक और उठा ली उसका भी साथ में। वो पायल एक तो उसने रख दी और एक को अपने साथ के साथ अपने पर्स में छुपा लिया उसने। इस बारे में एफआईआर दर्ज की है और सीसीटीवी फुटेज ली है। फुटेज के आधार पर पहचान कराने की कोशिश कर रहे हैं, तो पहचान कर तलाश करेंगे और गिरफ्तार करेंगे। 2 महिलाएं नहीं सर? 2 हाँ, 2 महिलाएं आई हैं, एक पाजेब उठाते हुए नजर आ रही है, दूसरी साथ खड़ी है। ਉਧਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਇੱਕ ਵੱਖਰਾ ਰੂਪ ਵੇਖਣ ਨੂੰ ਮਿਲਿਆ ਹੈ। ਅੰਬਾਲਾ ਦੇ ਵਿੱਚ ਗ੍ਰਹਿ ਮੰਤਰੀ ਦਾ ਗੁੱਸਾ ਟਰੱਕ ਚਾਲਕਾਂ ਤੇ ਉਤਰਿਆ। ਦਰਅਸਲ ਟਰੱਕ ਚਾਲਕ ਜਿਹੜੇ ਸੀਗੇ ਗਲਤ ਸਾਈਡ ਤੇ ਆ ਰਹੇ ਸਨ ਤੇ ਨੈਸ਼ਨਲ ਹਾਈਵੇ ਤੇ ਅਨਿਲ ਵਿਜ ਨੇ ਕਾਫਲਾ ਰੁਕਵਾ ਕੇ ਖੁਦ ਟਰੱਕਾਂ ਨੂੰ ਰੋਕਿਆ ਤੇ ਟਰੱਕ ਚਾਲਕਾਂ ਦੇ ਚਲਾਨ ਕੱਟੇ। ਗ੍ਰਹਿ ਮੰਤਰੀ ਵਿਜ ਨੇ ਅਫਸਰਾਂ ਨੂੰ ਸਖਤ ਸੁਨੇਹਾ ਦਿੱਤਾ ਕਿ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਾਇਆ ਜਾਵੇ ताकि जिंदगियां ਨੂੰ ਬਚਾਇਆ ਜਾ ਸਕੇ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਸੁਰਖੀਆਂ ਵਿੱਚ ਅਕਸਰ ਰਹਿੰਦੇ ਨੇ, ਪਰ ਐਕਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਐਕਸ਼ਨ ਦਫ਼ਤਰਾਂ ਦੇ ਵਿੱਚ ਉਹਨਾਂ ਦੇ ਐਕਸ਼ਨ ਦੀਆਂ ਕਈ ਤਸਵੀਰਾਂ ਆਉਂਦੀਆਂ ਨੇ ਜਿੱਥੇ ਉਹ ਦਫ਼ਤਰ ਦੇ ਵਿੱਚ ਮੁਲਾਜ਼ਮਾਂ ਨੂੰ ਜਾ ਕੇ ਹੜਕਾਉਂਦੇ ਨੇ, ਉਹਨਾਂ ਨੂੰ ਡਾਂਟਦੇ ਨੇ, ਉਹਨਾਂ ਤੇ ਗੁੱਸਾ ਜਿਹੜਾ ਹੈਗਾ ਉਹ ਕੱਢਦੇ ਨੇ, ਗਲਤੀਆਂ ਉਹਨਾਂ ਦੀਆਂ ਦੱਸਦੇ ਨੇ, ਉਹਨਾਂ ਨੂੰ ਸਵਾਲ ਕਰਦੇ ਨੇ। ਪਰ ਸੜਕ ਤੇ ਉਤਰ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਖੁਦ ਚਲਾਨ ਕੱਟੇ ਨੇ ਟਰੱਕ ਚਾਲਕਾਂ ਦੇ। ਟਰੱਕ ਚਾਲਕ ਵੀ ਉਹ ਜਿਹੜੇ रॉन्ग साइड आ रहे थे। रोक लिया सर, इसको इधर कर रहे थे। तुम्हारे बाप की सड़क है ये, चले चलो पकड़ो इनका नंबर नोट करो।